ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੀ ਇਸ ਮੁਕੱਦਸ ਧਰਤੀ ਤੇ ਬੜੀ ਅਕੀਦਤ ਨਾਲ, ਨੇਮ ਨਾਲ, ਪ੍ਰੇਮ ਨਾਲ ਆਪ ਜੀ ਜੁੜ ਕੇ ਬੈਠੇ ਹੋ। ਗੁਰੂ ਅਸੀਸ ਇੱਕ ਵਾਰ ਫਿਰ ਸਾਂਝੀ ਕਰੋ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਭਾਗੇ ਹੋ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ। ਹਜ਼ੂਰ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ 57 ਸ਼ਲੋਕਾਂ ਵਿੱਚੋਂ 4 ਸ਼ਲੋਕਾਂ ਦੀ ਵਿਆਖਿਆ ਆਪ ਜੀ ਸਰਵਣ ਕਰ ਚੁੱਕੇ ਹੋ। 5 ਨੰਬਰ ਸ਼ਲੋਕ ਤੇ 6 ਨੰਬਰ ਬੜੇ ਵਿਧੀਬੱਧ ਤਰੀਕੇ ਨਾਲ ਸਤਿਗੁਰ ਜੀ ਨੇ ਬਾਣੀ ਦੇ ਨਾਲ ਅੰਕ ਪਾਏ ਨੇ। ਇੱਕ ਇੱਕ ਸ਼ਬਦ ਨਾਲ, ਇੱਕ ਇੱਕ ਸ਼ਲੋਕ ਨਾਲ, ਬੜੇ ਵਿਗਿਆਨਕ ਢੰਗ ਦੇ ਨਾਲ, ਬੜੇ ਸਪਸ਼ਟ ਤਰੀਕੇ ਦੇ ਨਾਲ 57 ਸ਼ਲੋਕ, ਪੂਰੀ ਲੜੀ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕਾਂ ਦੀ ਚੱਲਦੀ ਹੈ। ਕਿਤੇ ਵੀ ਇਸ ਲੜੀ ਦੇ ਵਿੱਚ, ਜਿੱਥੇ ਵੀ ਕਿਤੇ ਤੁਸੀਂ ਵੇਖੋ ਬਾਣੀ ਨੂੰ ਰਚਦਿਆਂ, ਜਿੱਥੇ ਵੀ ਕਿਤੇ ਬਾਣੀ ਦੇ ਅੰਦਰ ਹੋਰ ਗੁਰੂ ਸਾਹਿਬਾਨ ਦੇ ਕੋਈ ਸ਼ਲੋਕ ਅੰਕਿਤ ਹੋਏ, ਨਾਲ ਹੀ ਉੱਥੇ ਸ਼ਲੋਕ ਦੀ ਲੜੀ ਜਿਹੜੀ ਹੈ ਨਾ, ਅੰਕ ਉਹ ਬਦਲਦਾ ਹੈ। ਸ਼ਬਦ ਅੰਕਿਤ ਹੋਇਆ, ਸ਼ਬਦ ਦਾ ਅੰਕ ਬਦਲਦਾ ਹੈ, ਗਿਣਤੀ ਬਦਲਦੀ ਹੈ। ਇਹ ਲੜੀਵਾਰ 57 ਸ਼ਲੋਕ ਨੇ ਮਹਾਰਾਜ ਦੇ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਮੁਖ ਤੋਂ ਉਚਾਰੇ ਹੋਏ। ਤੋ ਸੱਚੇ ਪਾਤਸ਼ਾਹ ਹਜ਼ੂਰ ਦੇ ਪਵਿੱਤਰ 2 ਸ਼ਲੋਕਾਂ ਦਾ ਪਾਠ ਆਪ ਜੀ ਨੇ ਸਨਮਾਨਯੋਗ ਸਿੰਘ ਸਾਹਿਬ ਜੀ ਪਾਸੋਂ ਸੁਣਿਆ। ਸਾਧ ਸੰਗਤ, ਸਾਨੂੰ ਮਹਾਰਾਜ ਨੇ ਬਾਰ-ਬਾਰ ਸਮਝਾਇਆ ਕਿ ਸਾਡੇ ਨਾਲ ਸੰਸਾਰ ਤੋਂ ਜਦੋਂ ਅਸੀਂ ਇਸ ਸੰਸਾਰ ਨੂੰ ਛੱਡਣਾ ਹੈ, ਇਸ ਦੇਹੀ ਨੂੰ ਵੀ ਛੱਡਣਾ ਹੈ, ਅਸੀਂ ਕੀ ਨਾਲ ਲੈ ਕੇ ਜਾਣਾ ਹੈ। ਜ਼ਿੰਦਗੀ ਵਿੱਚ ਕੀ ਕੀ ਕਮਾ ਰਹੇ ਹਾਂ ਅਸੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਆਦਿ ਤੋਂ ਅੰਤ ਤੱਕ ਕੀ ਕੀ ਖੱਟ ਰਹੇ ਹਾਂ। ਗੁਰੂ ਸਾਹਿਬ ਬਾਰ-ਬਾਰ ਕਹਿੰਦੇ ਨੇ ਲੇਖਾ ਜ਼ਰੂਰ ਕਰਿਆ ਕਰ, ਹਿਸਾਬ ਕਿਤਾਬ ਜ਼ਰੂਰ ਲਾਇਆ ਕਰ ਕਿ ਇੰਨੇ ਕੁ ਸਾਹ ਮੁੱਕ ਗਏ ਨੇ, ਇੰਨੇ ਸਾਹਾਂ ਦੇ ਬਦਲੇ ਕੀ ਕੀ ਖੱਟਿਆ। ਲੋਕਾਂ ਨੂੰ ਨਹੀਂ ਪਤਾ ਕਿ ਅਸੀਂ ਅੰਦਰੋਂ ਕੀ ਖੱਟ ਰਹੇ ਹਾਂ। ਤੇ ਅਸੀਂ ਵੀ ਸੰਤੁਸ਼ਟ ਹਾਂ ਕਿ ਕੋਠੀਆਂ ਬਣ ਗਈਆਂ ਨੇ, ਮਹਿਲ ਬਣ ਗਏ ਨੇ, ਸੰਪਤੀ ਹੋ ਗਈ ਹੈ, ਅਸੀਂ ਸੰਤੁਸ਼ਟ ਹੋ ਗਏ। ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਾਰਾ ਕੁਝ ਤੇਰੀ ਲੋੜ ਹੈ, ਮਕਸਦ ਨਹੀਂ ਹੈ। ਸਫ਼ਰ ਕਰਦੇ ਹਾਂ, ਰਾਹ ਪੈਂਦਾ ਔਖਾ ਹੈ, ਪੈਰਾਂ 'ਚ ਜੁੱਤੀ ਪਾਉਣੀ ਸਾਡੀ ਲੋੜ ਹੈ, ਸਿਰ ਤੇ ਛੱਤ ਹੋਣੀ, ਰੈਣ ਬਸੇਰਾ ਮਿਲਣਾ ਸਾਡੀ ਲੋੜ ਹੈ। ਜ਼ਿੰਦਗੀ ਨੂੰ ਚੱਲਦਾ ਰੱਖਣ ਵਾਸਤੇ ਭੋਜਨ ਛਕਣਾ ਸਾਡੀ ਜ਼ਰੂਰਤ ਹੈ। ਮਕਸਦ ਤੇ ਮੰਜ਼ਿਲ ਹੈ ਨਾ ਜੀ। ਮੁਸਾਫਰ ਤੁਰਿਆ ਰਸਤੇ ਦੀਆਂ ਔਕੜਾਂ ਦੇ ਵਿੱਚ ਉਹਨੂੰ ਕਈ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਅੱਜ ਦੇ ਯੁੱਗ ਵਿੱਚ ਤੁਸੀਂ ਘਰੋਂ ਟੈਕਸੀ ਲੈਂਦੇ ਹੋ, ਸਟੇਸ਼ਨ ਤੱਕ ਪਹੁੰਚਦੇ ਹੋ, ਏਅਰਪੋਰਟ ਤੱਕ ਪਹੁੰਚਦੇ ਹੋ,
ये सारे वसीले साडी जरूरत है। निशाना की है? मंजिल ते पहुंचना। रस्ते दे वसीले साडे सफर नूं सौखियां करन वास्ते है। साडी देही नूं कष्ट ना आवे, असीं सुखैन तरीके नाल अपनी मंजिल नूं तुर सकीए। तो दुख इस गल दा है, सतगुरु जी कहंदे कि मनुख वसीलियां नाल जुड़ जांदा है, मंजिल भुल जांदा है। साधना नाल जिन्ने साधन जुटाए ने, हुण मान लो पैरां विच जुत्ती सुख वास्ते पाई है, ते जे जुत्ती मनोरथ बन गई तो उहनूं सिर ते चुक लिया, ये सियाणप ते है नहीं। वो तो सेफ्टी वास्ते है, जरूरत है। मनोरथ की है? मंजिल ते पहुंचना। तो महाराज सानू बड़े प्यार नाल समझाउंदे कि संसार च रहना सिख समाजिक धर्म है। समाजिक धर्म है इसलिए क्या कि कुछ लोग धर्म के नां ते, रब के नां ते समाज नालों टुट भी गए। माता पिता छड्ड दिते, परिवार छड्ड दिता, कई राजियां ने राज छड्ड दिते, जंगली बसेरा कर लिया। सानू गुरु साहब जी ने कहा भी नहीं, ये सारा कुछ छड्डन की जरूरत नहीं है। ना तू घर त्यागना है, ना तू कारोबार त्यागना है, ना पत्नी बच्चे त्यागने ने, ना संसार के सुख त्यागने आ। भाई ये भी जरूरत है। सिर ते छत चाहिए है, जंगलों च जाएगा फिर भी तो लभेगा, भावें कखां दी बनावे, फिर भी तो शरीर नूं सुख देने वास्ते साधन जुटाएगा। जे कपड़े नहीं तो अग बालेगा, धूने ही नहीं बुझन दिते जी साधुआं ने, क्योंकि शरीर नूं निग किवें देना सी। तो महाराज कहते जे त्यागना है ना, तो ये चीज़ां त्यागन की जरूरत नहीं है। त्यागना त्यागन नीका, काम क्रोध लोभ मोह त्यागना। वासना त्याग, जिहड़ी इहदे वास्ते तेरी तड़प है वो त्याग। और सिक्खी बा कमाल साध संगत जी, गुरु साहब जी ने जिहड़ा गुरमत का मार्ग दिता, सिक्खी का राह दिता, वो इसे लिए तो न्यारा है। इत्थे 25-25 वरियां का आश्रम नहीं वंडिया गया कि यह ब्रह्मचर्य आश्रम है 25 साल, फिर 25 साल बाणप्रस्थ आश्रम, फिर 25 साल गृहस्थ आश्रम, फिर 25 साल संन्यास आश्रम। जदों असीं अपने आंढी गुआढ़ी विचारधारा नूं वेखदे हां ते उत्थे जिंदगी नूं इदां वंड के क्या, पहला ब्रह्मचारी रहना है, फिर गृहस्थी हो जाना है, फिर घर च रह के बाणप्रस्थ हो जाना है, मतलब घर च रह के ते ये सारा कुछ त्यागी बनना है, फिर घर छड्ड के सन्यासी होना है। गुरु साहब कहंदे नहीं, तू घर विच परिवार विच पत्नी बच्चियां दे हुंदियां भी त्यागी है, तू पत्नी बच्चियां दे हुंदियां भी सन्यासी है। हुण सन्यासी ते उहनूं कहंदे सी भी जिन्हें भाई जिंदगी के संबंध संजोग त्याग दिते, इस्त्री दे मत्थे नहीं लगना, इस्त्री दे हुंदियां सन्यासी किवें? ते गुरमत दे अंदर सतगुरु जी ने सानू किन्ना प्यारा राह दिता। एक है नारी जती होए पर नारी धी भैन विखाना, यही तेरा सन्यास है भाई। तेरा आचार ही तेरा सन्यास है। ये नहीं कि घर त्याग के फिर वासनावां दे विच बझा रहा। तो महाराज सच्चे पातशाह हजूर कहंदे इसे संसार च रहना पर कमल वांग रहना है, जैसे जल में कमल निरालम मिर्गाई निशानी। मुगराबी पानी दे अंदर रहिंदी है, पानी च चुब्बी भी लाउंदी है, पर उहदे पर पानी तो निर्लेप हुंदी है। कमल चिक्कड़ च रहिंदा है, जड़ां चिक्कड़ च ने, पर वो चिक्कड़ तो निर्लेप है, उहदे उत्ते चिक्कड़ दी गंदगी असर नहीं करती। इसे तरह इसे संसार च रहना है, घर च रहना है, बिजनेस च रहना है, कारोबार च रहना है, पर रहना किवें है? निर्लेप रहना है। आप जी ने सुनिया कि अज धन गुरु अंगद साहब सच्चे पातशाह जी का ज्योति जोत दिवस भी है, तो गुरु साहब जी के जीवन तो लईए सिक्ख्या जी। गुरु अंगद साहब जी दुकान करते हैं, तो दुकान करन दे नाल नाल की करते हैं, लोगों का संग लैके पिता जी जाते सी भाई फेरू जी
देवी देवतियां दे रटन वास्ते तीर्थां वास्ते जांदे सी। बिरती धर्म की रुचि वाली सी, इस वास्ते पिता जी तो बाद बाबा लैणा जी भी जान लग पे। ते जिस दिन गुरमत का चानन होया, जिस दिन बाणी की पाह चढ़ी, जिस दिन गुरसिखां का संग होया, उस दिन दुकान नहीं त्यागी, भरम त्याग्या। दुकान उही है, कारोबार उही है, किरत उही है, जे छुटिया ते भरम छुटिया। हुण कल्पत देवी देवतियां की भटकना की जरूरत नहीं। जिहड़ा रुख काल्पनिक देवी देवतियां वल सी, वो रुख गुरु नानक के घर वल हो गया। जिंदगी च बदलाव की आया कि जिहड़ा मूँह काल्पनिक चिन्हां नूं पूजन वाल, प्रतिमा नूं पूजन वाल, मूर्तियां नूं पूजन वाल सी, वो मूँह गुरु साहब वल हो गया, श्री करतारपुर वल हो गया। देखो कमाल की गल यह है कि जदों संग लैके जाते सन, उदों शोभा मिलती सी, शोहरत मिलती सी, आगू सन, मोहरी सन, 500-700 हज़ार बंदा अगवाई च चलता होएगा, लीड करते सन, लोकी पुछ पुछ के तुरते सी, लोकी अपना आगू मनते सन। पर जिस दिन गुरु नानक के घर वल नूं आए तो गुरु नानक के घर आउंदे की होया, कखां दी पंड सिर ते चुका दित्ती, कपड़े धोण ला दिता, कंध लिंबण वास्ते हुक्म कर दिता, खेतां चों नदीन कड्ढण वास्ते तुर पे। बदलाव वेखो, एक पासे सैकड़े हज़ारां लोकां नूं लीड करदे सी, बड़ी वडियाई हुंदी है जी। मेरे नाल काफला 10 क बंदियां दी जथेबंदी होवे ना, ते बंदा फुल्लिया नहीं समाउंदा, दसदा भी मैं प्रधान जी हाँ। ते ओह काफला लैके संग लैके तुरदे सी, बड़ा नशा हुंदा है। मैं इस जथेबंदी का प्रधान जी हाँ। शोहरत मिलती सी, शोभा मिलती सी, आगू बन के तुरदे सी। जिस दिन गुरमत की पाह चढ़ी, बाणी का शब्द सुनिया, गुरु नानक के घर वल नूं रुख होया, ते उदन वो शोहरत, वो लीडर वाली जिहड़ी पदवी सी, वो छड्ड के गुरु नानक के चाकर बन के, सेवक बन के। दुकान नहीं छड्डी, भरम छड्डिया। दुकान नहीं छड्डी, प्रभता हंकार छड्डिया। ते सुख कित्थे मिलिया? सेवा करके। हुण एक पासे वेखो, जदों आगू बन के तुरदे ने, पहरावा बड़ा स्वच्छ साफ उजला, ये साडा सारियां दा मोहरी है। जिस दिन सेवक बने, उस दिन सिर दे विच चिक्कड़ चोरिया। गुरु नानक साहब जी पंड सिर ते रखांदे आ, श्री करतारपुर साहब। हुण चिक्कड़ दे विच लबरेज नहीं हन, ध्यान देना जी, है ते किरत सी, ते की किरत छड्ड दित्ती। माता सुलखणी जी ने कहा भी तुसीं ये पंड झुका दित्ती, ये तो मेहमान आए सी। ते गुरु नानक साहब जी ने कहा सी ये पंड यही चुक सकते हैं। पहली गल तो कही सी। हुण प्रतीक है साध संगत जी, त्याग की कहंदा सी कि ये पंडां चुकणियां मेरा काम नहीं, मैं तो जंगलों नूं जावां। ते गुरु नानक साहब जी की कर रहे ने? पंड चुका रहे ने। वो पंड नूं प्रतीक नूं समझण दा यतन करो। बारी तौर दे उत्ते फसल विचों कड्ढे हुए नदीन दी कखां दी पंड है, पर वास्तव विच गुरु साहब जी इस किरत दे नाल नाल बहुत वड्डी अध्यात्मक धार्मिक जिम्मेवारी सिर ते रख रहे हैं, जिन्हों महाराज कहते ये पंड यही चुक सकते हैं। ते वो पंड किरत दे त्याग तो नहीं शुरू की, कारोबार दे त्याग तो नहीं शुरू की जी वो पंड रखनी, बल्कि सिर दे उत्ते कारोबार किरत दी मेहनत दी पंड रख के क्या ये पंड ही प्रतीक है गुरमत दे मोहरी होण दा। ये पंड यही चुक सकते ने। सिੱਖੀ ਦੇ अंदर इस थां इस वास्ते कोई जगह नहीं पई इन्हें गृहस्थ नहीं धारण किया, इन्हें घर छड्ड दिता, ये कोई वडियाई नहीं है गुरमुखो। इत्थे ते पंड रखी जाती है सिर ते। हाँ, पहचानना की है कि की पट के सुटना है तो की बचाना है, ये पहचानना जिहड़ी गुरु नानक साहब ने पहचान दसी कि लैणा जी
ਆ ਸਾਡੀ ਫਸਲ ਨੂੰ ਫਲ ਲੱਗਣ ਤੋਂ ਮਾਰ ਦਿੰਦਾ, ਆ ਗੰਦ ਪੁੱਟ ਕੇ ਸੁੱਟਣਾ ਤੇ ਆ ਫਸਲ ਬਚਾਉਣੀ ਹੈ। ਹੁਣ ਸਿਰਫ ਬਾਹਰ ਮੁਖੀ ਨਾ ਵੇਖੀ, ਅੰਦਰੋਂ ਸੋਝੀ ਕੀ ਆਈ, ਬਲਕਿ ਉਸ ਕਿਰਤ ਦੇ ਨਾਲ ਹੀ ਧਰਮ ਸਿਖਾ ਦਿੱਤਾ। ਤੇ ਦੂਜਾ ਬਚਨ ਕਿਹਾ ਸੀ ਮਾਤਾ ਸੁਲੱਖਣੀ ਜੀ ਨੇ ਕਿ ਵੇਖੋ ਨਾ, ਚਿੱਕੜ ਨਾਲ ਮਹਿਮਾਨ ਦੇ ਕੱਪੜੇ ਭਰ ਕੇ ਚਿੱਕੜ ਤੇ ਲਪੇੜ ਦਿੰਦਾ ਜੀ, ਚਿੱਕੜ ਤੇ ਗੰਦਿਆਂ ਕਰ ਦਿੰਦਾ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਕਿਰਤ ਦਾ ਸੁੱਚਾ ਚਿੱਕੜ ਹੈ, ਇਹਨੂੰ ਚਿੱਕੜ ਨਾ ਮੰਨੀਏ ਤੇ ਕੇਸਰ ਦੇ ਛੱਟੇ ਨੇ। ਤੇ ਬਾਬਾ ਲਹਿਣਾ ਜੀ ਉਸ ਚਿੱਕੜ ਵਿੱਚੋਂ ਕਮਲ ਵਾਂਗ ਨਿਖਰੇ ਗੁਰੂ ਅੰਗਦ ਹੋ ਗਏ। ਗੁਰਮੁਖ ਮਾਇਆ ਵਿੱਚ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਇਦਾਂ ਹੁੰਦਾ ਜੀ ਨਿਰਲੇਪ, ਇਹਨੂੰ ਉਦਾਸੀ ਕਹਿੰਦੇ ਆ। ਕੱਪੜਿਆਂ ਦਾ ਰੰਗ ਬਦਲਣਾ, ਸਿਰ 'ਚ ਸੁਆਹ ਪਾਉਣੀ, ਇਹ ਗੁਰਮਤ ਦਾ ਉਦਾਸ ਨਹੀਂ ਹੈ, ਇਹ ਗੁਰਮਤ ਦਾ ਸੰਨਿਆਸ ਨਹੀਂ ਹੈ, ਇਹ ਗੁਰਮਤ ਦਾ ਤਿਆਗ ਨਹੀਂ ਹੈ। ਗੁਰਮਤ ਦਾ ਤਿਆਗ ਤੇ ਆ ਚੱਲੀਏ ਸੱਜਣਾ, ਮੈਂ ਵੀ ਖੇਤਾਂ ਨੂੰ ਚੱਲਿਆ, ਤੂੰ ਵੀ ਮੇਰੇ ਨਾਲ ਚੱਲ, ਮੈਂ ਵੀ ਕਿਰਤ ਕਰਦਾ, ਤੂੰ ਵੀ ਮੇਰੇ ਨਾਲ ਕਿਰਤ ਕਰ। ਪਰ ਚਿੱਕੜ ਵਿੱਚੋਂ ਬਾਟਾ ਕੱਢਣ ਦੀ ਜਾਚ ਦੱਸੀ, ਜਿਸ ਬਾਟੇ 'ਚ ਵਸਤ ਟਿਕਣੀ ਹੈ। ਉਹ ਚਿੱਕੜ ਵਿੱਚ ਬਾਟੀ ਪਈ ਹੈ, ਉਹਨੂੰ ਕੱਢਣ ਦੀ ਜਾਚ, ਕੱਢਣ ਦੀ ਹਿੰਮਤ ਸਿਰਫ ਬਾਬਾ ਲਹਿਣਾ ਜੀ ਦੇ ਅੰਦਰ, ਬਾਕੀ ਕੋਈ ਸਫਲ ਨਹੀਂ ਹੋ ਸਕਿਆ। ਤੇ ਜਦੋਂ ਚਿੱਕੜ 'ਚੋਂ ਬਾਟਾ ਕੱਢਣ ਦੀ ਜਾਚ ਆ ਗਈ, ਉਦੋਂ ਉਸ ਬਾਟੇ 'ਚ ਵਸਤ ਟਿਕ ਗਈ। ਸਾਧ ਸੰਗਤ ਜੀ, ਬੜੇ ਕਮਾਲ ਦੇ ਸਾਡੇ ਸਾਹਮਣੇ ਉਦਾਹਰਨਾਂ ਨੇ, ਐਗਜ਼ਾਮਪਲਸ ਨੇ। ਇਹੀ ਗੱਲ ਅੱਜ ਸਤਿਗੁਰ ਜੀ ਸਿਖਾ ਰਹੇ ਹੈ ਕਿ ਚਿੱਕੜ ਵਿੱਚ ਨਿਰਲੇਪ, ਚਿੱਕੜ 'ਚੋਂ ਬਾਟਾ ਕੱਢਣਾ ਕਿਵੇਂ ਹੈ ਜੀ। ਹੁਣ ਚਿੱਕੜ ਕੀ ਹੈ? ਮੋਹ। ਮੋਹ, ਮੋਹ ਕਿੱਥੋਂ ਸ਼ੁਰੂ ਹੁੰਦਾ? ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਇਆ ਭਾਬੀ ਬੇਬ, ਚੌਥਾ ਪਿਆਰ ਉਪੰਨੀ ਖੇਡ, ਪੰਜਵਾਂ ਖਾਣ ਪੀਣ ਕੀ ਧਾਤ, ਛੇਵਾਂ ਕਾਮ ਨਾ ਪੁੱਛੇ ਜਾਤ। ਕਸ਼ਿਸ਼ ਪੈਦਾ ਹੋਈ, ਮੋਹ ਪੈਦਾ ਹੋਇਆ। ਇਹ ਮੇਰੇ ਮਾਪੇ ਹਨ, ਸਤਕਾਰ ਬੜਾ ਜ਼ਰੂਰੀ ਹੈ, ਪਰ ਮੋਹ ਕਮਜ਼ੋਰੀ ਬਣ ਜਾਂਦਾ ਜੀ। ਇਹ ਮੇਰੀ ਪਤਨੀ ਹੈ, ਪਤਨੀ ਤੋਂ ਬੱਚੇ ਨੇ, ਬੱਚਿਆਂ ਵਾਸਤੇ ਫਿਰ ਧਨ ਦੌਲਤ ਸੰਪਤੀ, ਕੋਠੀਆਂ ਕਾਰਾਂ ਸੂਟ ਗਹਿਣੇ, ਫਿਰ ਮੋਹ ਤੋਂ ਪਾਪ ਸ਼ੁਰੂ ਹੁੰਦਾ ਹੈ। ਤੇ ਜਿਨ੍ਹਾਂ ਵਾਸਤੇ ਪਾਪ ਕਮਾਉਂਦਾ, ਜਿਹੜੇ ਮੋਹ ਤੋਂ ਪਾਪ ਜਨਮ ਲੈਂਦਾ, ਜਦੋਂ ਵਕਤ ਆਉਂਦਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਲ ਕੋਈ ਵੀ ਨਹੀਂ, ਪਾਪ ਕਮਾਮਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ। ਫਿਰ ਸੱਜਣ ਕੌਣ ਹੈ ਵੀ, ਫਿਰ ਮਿੱਤਰ ਕੌਣ ਹੈ? ਜਿਹੜੇ ਮੋਹ ਦੀ ਖਿੱਚ ਨੇ ਪਾਪ ਲਈ ਮਜਬੂਰ ਕੀਤਾ, ਜਦੋਂ ਉਸ ਪਾਪ ਦਾ ਫਲ ਭੋਗਣ ਦਾ ਵੇਲਾ ਆਇਆ, ਉਦੋਂ ਕੋਈ ਬੇਲੀ ਨਹੀਂ ਬਣਿਆ, ਫਿਰ ਪਛਤਾਉਂਦਾ। ਜਿਹੜੇ ਮੋਹ ਦੀ ਖਿੱਚ ਵਾਸਤੇ ਠੱਗੀਆਂ ਮਾਰੀਆਂ, ਫਰੇਬ ਕੀਤਾ, ਧੋਖਾ ਕੀਤਾ, ਪਰਾਇਆ ਹੱਕ ਮਾਰਿਆ, ਝੂਠ, ਜ਼ਿੰਦਗੀ ਭਰ ਸਾਰੀ ਗੁਨਾਹਾਂ 'ਚ ਗਲਤਾਨ ਕੀਤੀ, ਜਦੋਂ ਨਤੀਜਾ ਭੋਗਣ ਦਾ ਵੇਲਾ ਆਇਆ, ਜਿਨ੍ਹਾਂ ਵਾਸਤੇ ਕੀਤਾ ਸੀ ਨਾਲ ਕੋਈ ਵੀ ਨਹੀਂ ਖੜਾ। ਬਹੁ ਪਰ ਪੰਚ ਕਰ, ਪਰ ਧਨ ਲਿਆਵੇ। ਪਰ ਧਨ ਆਪਣਾ ਲਿਆਏਗਾ ਤੇ ਦੋਸ਼ ਨਹੀਂ ਹੈ। ਤੂੰ ਸਾਰਾ ਦਿਨ ਦੁਕਾਨ ਤੇ ਬੈਠਾ, ਸਾਰਾ ਦਿਨ ਦਫ਼ਤਰ 'ਚ ਬੈਠਾ, ਸਾਰਾ ਦਿਨ ਜ਼ਿੰਮੇਵਾਰੀ ਨਾਲ ਸੇਵਾ, ਆਪਣੀ ਡਿਊਟੀ ਨਿਭਾਈ ਹੈ ਜਿੱਥੇ ਜਿੱਥੇ ਵੀ ਹੈ, ਭਾਵੇਂ ਧਾਰਮਿਕ ਸਥਾਨ ਤੇ। ਇੱਕ ਹੁੰਦਾ ਹਾਜ਼ਰ ਹੋਣਾ, ਇੱਕ ਹੁੰਦਾ ਇਮਾਨਦਾਰੀ ਨਾਲ ਹਾਜ਼ਰ ਹੋਣਾ। ਹਾਜ਼ਰ ਹੋ ਕੇ ਮੈਂ ਵੀ ਬੈਠਾ, ਮੈਂ ਕਥਾ ਕਰ ਰਿਹਾ, ਮੇਰੀ ਇਹ ਜ਼ਿੰਮੇਵਾਰੀ ਹੈ। ਪਰ ਇਸ ਕਿਰਤ ਨੂੰ ਕਰਦਿਆਂ, ਇਸ ਕਰਮ ਨੂੰ ਨਿਭਾਉਂਦਿਆਂ ਅੰਦਰ ਇਮਾਨਦਾਰੀ ਹੋਵੇ। ਜਦੋਂ ਅੰਦਰ ਇਮਾਨਦਾਰੀ ਨਹੀਂ ਨਾ ਹੁੰਦੀ ਤੇ ਯਕੀਨ ਕਰਿਓ ਉਸ ਸੱਚ ਨੂੰ ਵੀ ਪਾਪ ਦੀ, ਝੂਠ ਦੀ ਪਾਹ ਚੜ ਜਾਂਦੀ ਹੈ। ਫਿਰ ਉਹ ਸੱਚ ਵੀ ਖੋਟਾ ਹੋ ਜਾਂਦਾ। ਨੀਅਤ ਦਾ ਸਾਫ਼ ਹੋਣਾ, ਉਹਨਾਂ ਬੋਲਾਂ ਵਿੱਚੋਂ ਰੱਬ ਦੀ ਝਲਕ ਪੈਂਦੀ ਹੈ, ਪਰ ਜਦੋਂ ਨੀਅਤ 'ਚ ਖੋਟ ਆ ਜਾਏ ਤੇ ਉਹ ਬੋਲ ਵੀ ਚਤੁਰਾਈ ਬਣ ਜਾਂਦੇ ਆ। ਫਿਰ ਹਾਜ਼ਰ ਤੇ ਜ਼ਰੂਰ ਹੈ,
पर हाजरी लगी नहीं साध संगत, इन्ना को फर्क पैंदा। फिर सिर्फ कादे वास्ते हाजिर है? रोटी वास्ते। जिथे भी हाँ पर धन नहीं, नीयत उजली करके अपनी किरत नाल, ये तो कोई मतलब नहीं है भी सरकारी नौकरी करते हैं भावें जाइए कि ना जाइए, ये भी तो खोट है। गल सिर्फ धार्मिक बंदियां वास्ते नहीं है भी मैं तो जी कंडक्टर लगा मैं जो मर्जी करा, मैं तो पटवारी लगा मैं जो मर्जी करा, मैं तो थानेदार लगा जो मर्जी करा, नहीं भाई। ईमानदारी का ढंडोरा सिर्फ धार्मिक स्थान ते नहीं भी हाय हाय तू धार्मिक स्थान ते भी चोरी करदा ते बाहर आग्या मिली है, सारियां वास्ते है साध संगत। तू मेहनत कर, तू हक की कमाई लैके आ, तेनू बड़ी खुशी मिलेगी, पर धन ना लियाई जिहदे उत्ते तेरा अधिकार नहीं। पर धन का मतलब तेरा अधिकार नहीं, किसी होर दा हक सी, तू अपनी मेहनत तो बिना धोखे नाल लै आया। बहुत परपंच कर, वल छल करके, चतुराई वरत के, कई तौर तरीके, कई हरबे, बड़ा चतुर है बंदा, किसी की जायदाद ना लवाउणी है, किसी नाल धोखा फरेब करना है, बड़े परपंच नाल रचने जानता है जी। बहुत परपंच कर पर धन लियावै ते हुण मोह दा बज्झा लियाउंदा सुत दारा। सुत मतलब पुत्र, दारा मतलब पत्नी। सुत दारा पै आन लुटावै, खर्चदा नहीं लुटाउंदा भी किहड़े मेहनत दे ने, ते जदों लुटाउंदा ते उदों नाल बेड़ा गर्क भी हुंदा, ऐब भी आउंदे ने, बुराइयां भी आउंदियां। पर धन लियाउण वालिया मेहनत दी लियाएगा ते संजम विच खर्चेगा, पर धन लियावेगा ते लुटाएगा, लुट पएगी ते लुट दे नाल ऐब आउणगे, संजम दे नाल संजीदगी आउंदी है। पर धन लियावै सुत दारा पै आन लुटावै, मन मेरे भूले कपट ना कीजै, अंत निबेरा तेरे जी पै लीजै। इथों बचन शुरू होया अज दा। धन दारा संपत सगल जिन अपनी करमान। अपने ने जी मेरे, ये पत्नी, ये जी, ये परिवार, इन्हां वास्ते जो मैं कमाया, जिन्ने पैसे इकट्ठे किए, बहुते इकट्ठे होए, संपत्ति बन गई, जोड़ जोड़ के वड्डी संपत्ति बन गई। ये संपत्ति, ये जायदाद, ये दौलत मेरी है, ये परिवार मेरा है, जिन्होंने तू अपने समझी बैठा है, जिन्हां वास्ते तू पाप कमा रहा है। सतगुरु कहते जाग सुचेत हो, इन मैं कश संगी नहीं, नानक साची मां, नानक साची जान, इन मैं कछ संगी नहीं। संगी कौन है? ਉਹਦਾ ਮੈਨੂੰ ਚੇਤਾ नहीं। संग सहाई सो आवे ना चीत, जो बहराई से मीत। जड़ा संगी सी ਉਹਦਾ चेता ही नहीं। हर गुण काहे ना गावी मूर्ख ज्ञान। क्यों नहीं परमेश्वर वाले पासे जुड़ रहा भाई? संग सखा सब तज गए, को ना निभ्यो साथ, कहो नानक यह विपत में टेक एक रघुनाथ, इन में कछ संगी नहीं। सुख में आन बहुत मिल बैठत, रहत चौहन तिस घेरे, विपत परी सब ही संग छाड़त, को ना आवत ले रहे। सुख में बहुत संगी भये, दुख में संग ना कोई। कौन नाल फिर वंडा सकता जी कोई? अंत निबेरा तेरे जी पै लीजै। कोई संगी नहीं बनया जी। क्यों चिक्कड़ च फस रहा? पंकज मोह पग नहीं चालै। चिक्कड़ विच फसिया होया बंदा, दलदल विच फसिया होया मनुख एक कदम अगे नहीं पुट पा रहा। हम देखा तह डूबी अले, मन एक न चेत समूड़ मना, हर बिसरत तेरे गुण गलिया। तेरियां चंगियाइयां मुक गईयां सजना, वाहिगुरु तेनू भुल गया।
इनमें कश संगी नहीं नानक साची जान। ये गल सच्ची समझ लै। की तू नाल लैके आया सी, की तू नाल लैके जाना भी। कौन बसताई तेरा संग लपटे हो रस लोभी पतंग। की लैके आया सी तू। हाँ, जिस दिन संसार वेख्या सी, धरती ते आए सी, शरीर आया सी। ये गुरु साहब जी कहते जिदन इन्हें प्रवाज मारनी है तेरे हंस ने उड्डना। जो तन उपजो संग ही सो पी संग ना हुआ। शरीर आया सी नाल, शरीर भी साथ छड्ड गया। सोच संजीदगी नाल सोच। इसे मोह विच फसिया होया ना, इसे मोह लई ते पाप कमा रहा ना। ये दौलत है, ये पत्नी है, ये बच्चे ने, जिन्ना कमा लवांगा उन्ना थोड़ा है। जरूर कमा, किरत कर, वाहिगुरु करे मोती तां मंदर उसरै, रतनी तां होवे जड़ाओ। तेरे नाल ईरखा नहीं है गुरु दी भी तू कखां दी झोंपड़ी च रहे। तेरे घर हीरियां नाल जड़े होण, वाहिगुरु करे। पर कमाउण वालिया परमेश्वर ना विसार दे। चेते रहेगा, तेरे सिर ते कुंडा रहेगा, पाप नहीं कर सकेगा। चेते रहेगा, सिर ते कुंडा रहेगा। ये कुंडा ही जो गुरु का सिर ते आउंदा है ना, उदों गुरु फिर अपने गल ना ला लैंदा जी। धन गुरु अंगद साहब सच्चे पातशाह, कुंडा आया तो रुख बदल गया। गुरु वाले पासे मूँह होया। गुरु नानक ने आपा टिका दिता अंदर ते लैना अंगद हो गया। आप जी ने विथया सुनी बड़ी बार कि सब नूं गुरु नानक साहब ने कहा जाओ अपने घर चले जाओ। बहुत ताड़ना करके कहा, बहुत डांट के कहा, बहुत सख्ती नाल कहा, हाथ विच डंडा फड़ के कहा। सब चले गए, लैना जी नहीं गए। कहा उन्होंने भी एक बार नहीं बार बार कहा। ते बाबा लैना जी कहते घर ही जा रहे हैं महाराज। जा फिर कहते 7 बचन। हुण ये तो है नहीं कि लैना जी झूठ बोल रहे हैं, कहते घर ही जा रहे हैं, पर जाते गुरु नानक के पिछे पिछे ने। महाराज ने बचन किया सी, ए उत्तर दक्षिण पूरब पश्चिम असीं खड़े हैं, पहला तू जा, तेरा घर किधर है? जांदा साडे पिछे है, कहंदा घर जा रहे हैं। जिधर असीं तुरदे हैं मगर मगर तुर पैंदा, पहला तू जा, किहड़े पासे तेरा घर आ, अपने घर जा। ते लैना जी चरना ते डिग के सच्चे साहब जी दे पवित्र चरना ते विछ के पिघल गए। सिर्फ शरीर करके नहीं, अंदरों विछ गए, मोम हो गए। ते डिग के क्या सी गुरु नानक साहब जी ने, घरे नूं तुहाडे चरना च घर मिलिया, यही मेरा घर है। ते मैं इस घर नूं छड्ड के कित्थे जावां, इस घर नूं छड्ड के कित्थे जावां। तो गुरु नानक ने भी गल ना ला के फिर कहा सी, लैना तू भी घर लभदा सी, तैनूं साडे चरनां च घर लभ गया, मैं भी घर लभदा सी, मैनूं तेरे हिरदे च घर लभ गया। तां आखिया सी बाबा मड़ी ना गौर, गुरु अंगद कह हिया बसै। ते जिस दिन गुरु हुक्म नाल गुरु अंगद खंडूर साहब आ गए, सिੱਖੀ ਦਾ दूजा केंद्र स्थापित प्रचार का, एक श्री करतारपुर स्थापित होया। सारे गुरु साहबाना ने इदां प्रचार केंद्र वक्रे वक्रे स्थापित किए जी, ताकि गुरमत का चानण होर मनुखता तक पहुंच सके। ते श्री खंडूर साहब की धरती के उत्ते एक जोगियां का समूह गुरु अंगद साहब जी नूं मिलण वास्ते आया। उन्हां दे 2 मकसद सी। एक तो वो वेखीए जिहदे कदमां ते गुरु नानक ने मत्था टेकिया, गुरु नानक झुकिया आपा टिका के अंदर। ते एक जिहड़ी सदा जोगी कोशिश करते सी कि असीं प्रभावित करके प्रतिष्ठा वाले मनुख नूं अपने संग विच मिलाइए ते साडी प्रतिभा वधेगी। जोगी देवगिरी की अगवाई च, देवगिरी गुसाई उहदा नाम सी, ते उहदी अगवाई च जोगियां दा समूह आके पुछदा कि अंगद साहब जी, दुनिया के आत्मदर्शियां ने जोर ला लिया, दुनिया के हठियां तपियां ने जोर ला लिया, जोगीसरा ने तपीसरा ने जोर ला लिया, गुरु नानक साहब किसे अगे नहीं झुकिया।
ਗੁਰੂ ਨਾਨਕ ਸਾਹਿਬ ਕਿਸੇ ਅੱਗੇ ਨਹੀਂ ਝੁਕਿਆ। ਤੁਹਾਡੇ ਅੰਦਰ ਕੀ ਸੀ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਅੱਗੇ ਝੁਕਿਆ? ਬਚਨ ਬੜਾ ਕੀਮਤੀ ਗੁਰਮੁਖੋ। ਤੇ ਸਾਹਿਬ ਗੁਰੂ ਅੰਗਦ ਪਾਤਸ਼ਾਹ ਜੀ ਨੇ ਕਿਹਾ ਸੀ, ਜੋਗੀ ਜੀ, ਜਦੋਂ ਇੱਕ ਪਿਓ ਆਪਣੇ ਬੱਚੇ ਨੂੰ ਉੱਚਾ ਚੁੱਕਣ ਵਾਸਤੇ ਝੁਕਦਾ ਨਾ, ਉਹਨੂੰ ਝੁਕਿਆ ਨਹੀਂ ਕਹਿੰਦੇ। ਪਿਓ ਝੁਕਦਾ ਨਾ ਥੱਲੇ ਪਏ ਬੱਚੇ ਨੂੰ ਉੱਚਾ ਚੁੱਕਣ ਵਾਸਤੇ, ਉਹਨੂੰ ਝੁਕਿਆ ਨਹੀਂ ਕਹਿੰਦੇ। ਗੁਰੂ ਨਾਨਕ ਦਾ ਝੁਕਣਾ ਇੱਕ ਨੀਚ ਨੂੰ ਉੱਚਾ ਚੁੱਕਣ ਵਾਸਤੇ ਸੀ। ਫਿਰ ਉਹਨਾਂ ਯਤਨ ਕੀਤਾ ਵੀ ਇਹ ਸਾਡੀਆਂ ਗੱਲਾਂ ਵਿੱਚ ਆਵੇ। ਤੇ ਗੁਰੂ ਅੰਗਦ ਸਾਹਿਬ ਜੀ ਨੇ ਉੱਥੇ ਬਚਨ ਉਚਾਰਨ ਕੀਤਾ ਸੀ, ਦੀਖਿਆ ਆਖ ਬੁਝਾਇਆ। ਜਿਨ੍ਹਾਂ ਨੂੰ ਸਿੱਖਿਆ ਦੇ ਕੇ ਗੁਰੂ ਨਾਨਕ ਨੇ ਸੋਝੀ ਦਿੱਤੀ ਹੋਵੇ, ਉਹ ਤੇ ਸੱਚ 'ਚ ਸਮਾ ਜਾਂਦੇ ਆ। ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦੇ। ਉਹਨਾਂ ਨੂੰ ਕਿਸੇ ਦੇ ਉਪਦੇਸ਼ ਦੀ ਕੀ ਲੋੜ ਹੈ ਜਿਨ੍ਹਾਂ ਨੂੰ ਗੁਰੂ ਨਾਨਕ ਮਿਲ ਗਿਆ। ਇਸ ਵਾਸਤੇ ਮੈਨੂੰ ਕਿਸੇ ਉਪਦੇਸ਼ ਦੀ ਜ਼ਰੂਰਤ ਨਹੀਂ, ਮੈਨੂੰ ਗੁਰੂ ਨਾਨਕ ਮਿਲ ਗਿਆ। ਤੇ ਇਹਦਾ ਇੰਨਾ ਤੇਜ਼ ਪ੍ਰਤਾਪ ਪ੍ਰਭਾਵ ਪਿਆ ਕਿ ਜਿਹੜਾ ਦੇਵਗਿਰੀ ਸੀ ਨਾ, ਉਹ ਗੁਰੂ ਨਾਨਕ ਦੇ ਘਰ ਦਾ ਭਵਰਾ ਬਣਿਆ। ਸਿੱਖੀ ਦੇ ਪ੍ਰਚਾਰ ਵਾਸਤੇ ਲੱਕ ਬੰਨ ਕੇ ਤੁਰ ਪਿਆ। ਗੁਰੂ ਨਾਨਕ ਦਾ ਉਪਦੇਸ਼ ਮਿਲ ਜੇ ਤੇ ਕਿਸੇ ਦਾ ਉਪਦੇਸ਼ ਲੈਣ ਦੀ ਲੋੜ ਨਹੀਂ ਰਹਿੰਦੀ, ਕਿਤੇ ਭਟਕਣ ਦੀ ਲੋੜ ਨਹੀਂ ਰਹਿੰਦੀ। ਗੁਰੂ ਨਾਨਕ ਅੰਗ ਸੰਗ ਹੋ ਜਾਂਦੇ। ਸਾਧ ਸੰਗਤ, ਨਾਨਕ ਸੱਚ ਸਮਾਓ, ਦੀਖਿਆ ਦੇ ਬੁਝਾਈ ਹੈ। ਨਾਨਕ ਸੱਚ ਸਮਾਓ, ਤਿੰਨ ਕੋ ਕਿਆ ਉਪਦੇਸਿਆ ਜਿਨ ਗੁਰੂ ਨਾਨਕ। ਹੁਣ ਜਦੋਂ ਉਹ ਸਮਾ ਜਾਂਦੇ ਗੁਰਮੁਖੋ ਆਪਣੇ ਗੁਰੂ ਦੇ ਅੰਦਰ, ਫਿਰ ਕਿਉਂ ਕਿਸੇ ਅੱਗੇ ਤਰਲੇ ਮਾਰਨ, ਕਿਉਂ ਕਿਸੇ ਤੋਂ ਪ੍ਰਭਾਵਿਤ ਹੋਣ ਪਈ? ਇਸ ਸਿਦਕ ਨੇ ਉਸ ਜੋਗੀ ਨੂੰ, ਇਹ ਸਿਦਕ ਸੀ ਨਾ ਜੀ। ਮੈਂ ਪਿਛਲੀ ਕਥਾ 'ਚ ਬੇਨਤੀ ਕੀਤੀ ਸੀ, ਡੱਲਾ ਵਾਸੀ ਭਾਈ ਪਾਰੋ ਦਾ ਸਿਦਕ ਵੇਖ ਕੇ ਅੱਲਾ ਯਾਰ ਸਿੱਖੀ ਦਾ ਪ੍ਰਚਾਰਕ ਬਣ ਜਾਂਦਾ। ਇਹ ਜੋਗੀ ਸਿੱਖੀ ਦਾ ਪ੍ਰਚਾਰਕ ਹੋ ਨਿਬੜਿਆ ਸਿੱਖ ਦਾ ਸਿਦਕ ਵੇਖ ਕੇ। ਉਸ ਸਿਦਕ ਨੂੰ ਆਪਣੇ ਹਿਰਦੇ 'ਚ ਧਾਰਨ ਕਰਨਾ ਸਾਧ ਸੰਗਤ। ਬਾਕੀ ਤੇ ਦੁਨੀਆ ਦੀ ਕੀ ਖੇਡ ਹੈ। ਬਾਬਾ ਕਬੀਰ ਜੀ ਨੇ ਬਚਨ ਕਿਹਾ ਬੜਾ ਸੋਹਣਾ। ਉਹ ਕਹਿੰਦੇ, ਮੈਂ ਸੰਸਾਰ 'ਚ ਹੀ ਰਹਿੰਦਾ, ਇਹ ਮੇਰਾ ਕਲਾਸ ਫੈਲੋ ਹੈ, ਇਹ ਮੇਰਾ ਕਲਾਸਮੇਟ ਹੈ, ਇਹ ਮੇਰਾ ਦੋਸਤ ਹੈ, ਇਹ ਮੇਰਾ ਗੁਆਂਢੀ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਬੱਚੇ ਨੇ, ਆ ਮੇਰਾ ਚਾਚਾ ਤਾਇਆ, ਸਾਰਾ ਕੁਛ ਹੈ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਇਹ ਤੇ ਰਹਿ ਰਹੇ ਸਮਾਜ 'ਚ, ਇਹ ਤੇ ਮੇਰਾ ਠਾਠਾ ਬਾਗਾ ਹੈ। ਚਿੱਤ ਕਿੱਥੇ ਲੱਗਿਆ ਹੋਇਆ? ਸਾਚ ਨਾਮ ਮੇਰਾ ਮਨ ਲਾਗਾ। ਚਿੱਤ ਤੇ ਸੱਚ ਨਾਲ ਜੁੜਿਆ ਹੋਇਆ। ਇਹ ਸੰਗ ਹੈ ਸਾਧ ਸੰਗਤ, ਜਿੱਥੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ। ਇਹੀ ਗੱਲ ਗੁਰੂ ਅੰਗਦ ਸਾਹਿਬ ਜੀ ਨੇ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹਿਰਦੇ 'ਚ ਟਿਕਾ ਕੇ, ਆਪਣਾ ਆਪਾ ਅੰਦਰ ਰੱਖ ਕੇ ਪਰ ਤਿਆਰੀ ਕੀਤੀ ਸਾਧ ਸੰਗਤ। ਅੰਤਸ਼ਕਰਨ ਦੀ ਸੇਜਾ ਇੰਨੀ ਪਾਕ ਹੋ ਗਈ, ਇੰਨੀ ਸਵੱਛ ਹੋ ਗਈ, ਇੰਨੀ ਨਿਰਮਲ ਹੋ ਗਈ ਕਿ ਉਸ ਸੇਜਾ ਤੇ ਸਦਾ ਵਾਸਤੇ ਫਿਰ ਗੁਰੂ ਅੰਗਦ ਸਾਹਿਬ ਜੀ ਬਿਰਾਜਮਾਨ ਹੋ ਗਏ। ਜੋਤ ਰੂਪ, ਜੋਤ ਰੂਪ, ਕਾਇਆ ਨਹੀਂ, ਸਰੀਰ ਨਹੀਂ, ਚਿੱਤਰ ਨਹੀਂ, ਫੋਟੋ ਨਹੀਂ, ਜੋਤ ਰੂਪ ਹਰ ਆਪ। ਬਾਕੀ ਤੇ ਸਾਰਾ ਠਾਠਾ ਬਾਗਾ ਹੈ। ਸਾਚ ਨਾਮ ਮੇਰਾ ਮਨ ਲਾਗਾ। ਜੋ ਦੇਖ ਰਿਹਾ ਇਹਨੂੰ ਗੁਰੂ ਸਾਹਿਬ ਨੇ ਕਿਹਾ ਸੀ, ਤੇਰੇ ਸੰਜੋਗ ਹਨ ਮੁੱਢ ਕਦੀਮ ਤੋਂ ਨੇ, ਇੱਕ ਦੂਜੇ ਨੂੰ ਮਿਲੇ ਹੋਏ ਆ। ਮਾਤ ਪਿਤਾ, ਬਨਤਾ, ਬਨਤਾ ਵੀ ਇਸਤਰੀ ਨੂੰ ਕਹਿੰਦੇ, ਸੁੱਤ ਭਾਈ, ਇਹ ਮਾਂ ਪਿਓ ਹੈ, ਪਤਨੀ ਹੈ, ਪੁੱਤਰ ਹੈ, ਭੈਣ ਭਰਾ ਨੇ। ਮਾਤ ਪਿਤਾ ਬਨਤਾ ਸੁੱਤ ਭਾਈ, ਮਾਤ ਪਿਤਾ ਬਨਤਾ ਸੁੱਤ ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਾਈ। ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ। ਇਹ ਮੇਰਾ ਉਸਤਾਦ ਹੈ, ਇਹਦੇ ਕੋਲ ਮੈਂ ਸਿੱਖਿਆ ਲਈ ਹੈ, ਆ ਮੇਰਾ ਭਰਾ। ਠੀਕ ਹੈ, ਸਾਰਿਆਂ ਦੀ ਇੱਜ਼ਤ ਕਰਨੀ ਹੈ ਜੀ। ਕਿਤੇ ਕੋਈ ਵਿਦਿਆ ਲੈ ਰਿਹਾ, ਕਿਤੇ ਕੋਈ
ਟੈਕਨੀਕਲ ਕੰਮ ਸਿੱਖ ਰਿਹਾ, ਹਰ ਪਾਸੇ ਅਸੀਂ ਇੱਜ਼ਤ ਮਾਣ ਕਰਨੀ ਆ ਵੀ ਭਾਈ ਮੈਂ ਇਹਦੇ ਕੋਲ ਸਿੱਖਿਆ ਹੋਇਆ, ਇਹ ਮੇਰਾ ਭਰਾ ਆ, ਇਹ ਮੇਰਾ ਉਸਤਾਦ ਹੈ, ਇਹ ਮੇਰਾ ਬੰਦਪ ਹੈ, ਇਸ਼ਟਮੀਤ ਭਾਈ, ਮਾਤ ਪਿਤਾ ਬਨਤਾ ਸੁਤ ਬੰਦਪ। ਪਰ ਵਾਸਤਵ ਵਿੱਚ ਸਾਰਾ ਕੁਝ ਕੀ ਹੈ? ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ, ਧਨ ਦਾਰਾ ਸੰਪਤ ਸਗਲ। ਦਾਤੂ ਜੀ ਦਾਸੂ ਜੀ ਪੁੱਤਰ ਸਨ, ਠੀਕ ਸੀ, ਸਬੰਧ ਸੀ, ਮਾਣ ਮਿਲਿਆ, ਗੁਰੂ ਪੁੱਤਰ ਹੋਣ ਕਰਕੇ ਅਸੀਂ ਸਤਿਕਾਰ ਕਰਦੇ ਹਾਂ। ਪਰ ਗੁਰੂ ਅੰਗਦ ਸਾਹਿਬ ਜੀ ਕਿੱਥੇ ਸਮਾ ਗਏ, ਕਿੱਥੇ ਟਿਕ ਗਏ? ਗੁਰੂ ਅਮਰਦਾਸ ਮਹਾਰਾਜ। ਕੀ ਦੁਨਿਆਵੀ ਰਿਸ਼ਤੇ ਨੇ, ਕੀ ਹੁੰਦੀ ਹੈ ਹਉਮੈ, ਕੀ ਹੁੰਦੀ ਕੁੜਮਾਚਾਰੀ, ਕੋਈ ਅਰਥ ਨਹੀਂ ਹੈ। ਗੁਰੂ ਅੰਗਦ ਸਾਹਿਬ ਜੀ ਦੀ ਧੀ ਬੀਬੀ ਅਮਰੋ ਬਾਸਰ ਕੇ ਵਿਆਹੀ ਹੋਈ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਧੀ ਜਦੋਂ ਬਾਣੀ ਦਾ ਦਾਜ, ਸੱਚ ਦਾ ਦਾਜ, ਧਰਮ ਦਾ ਦਾਜ, ਨਾਮ ਦੀ ਗੁੜਤੀ ਦਾ ਦਾਜ ਲੈ ਕੇ ਜਾਂਦੀ ਹੈ ਤੇ ਮਹਿਕ ਚੁਗਿਰਦੇ ਫੈਲਦੀ ਹੈ। ਉਸੇ ਮਹਿਕ ਦੇ ਮਾਣਦੇ ਹੋਏ ਸਾਹਿਬ ਅਮਰਦਾਸ ਜੀ ਗੁਰੂ ਸ਼ਰਨ ਚ ਆਉਂਦੇ ਆ ਤੇ ਗੁਰੂ ਰੂਪ ਹੋ ਜਾਂਦੇ ਜੀ। ਆਪਾਂ ਟਿਕਾ ਕੇ ਅੱਜ ਫਿਰ ਕਾਇਆ ਨੂੰ ਪੰਜਾਂ ਤੱਤਾਂ ਚ ਲੀਨ ਕਰ ਦਿੱਤਾ ਗੁਰੂ ਅੰਗਦ ਸਾਹਿਬ ਨੇ 1552 ਅੱਜ ਦੇ ਦਿਨ। ਸੋ ਇਹ ਇੱਕ ਇੱਕ ਗੱਲ ਸਾਨੂੰ ਬਾਣੀ ਸਮਝਾ ਰਹੀ ਹੈ, ਗੁਰੂ ਸਾਹਿਬ ਕਮਾ ਕੇ ਪ੍ਰਗਟ ਕਰ ਰਿਹਾ ਹੈ ਕਿ ਬਾਕੀ ਸਭ ਸੰਜੋਗ ਦੀ ਖੇਡ ਹੈ। ਠੀਕ ਹੈ, ਪੁੱਤਰ ਆਪਣੀ ਜਗ੍ਹਾ ਨੇ, ਪਰ ਜਿਹੜਾ ਅੰਦਰੋਂ ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ, ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ। ਇਹ ਗੱਲਾਂ ਦਾ ਵਿਸ਼ਾ ਨਹੀਂ ਹੈ। ਸੋ ਬਾਕੀ ਸਾਰੀ ਖੇਡ ਇੱਕ ਪੂਰਬ ਜਨਮ ਕੇ ਮਿਲੇ ਸੰਜੋਗੀ ਹੈ। ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਤ ਉਦਾਹਰਨ ਭੈ ਹਰਨ। ਪਤਤ ਗੁਨਾਹਾਂ ਕਰਕੇ ਮਨੁੱਖ ਲਬਰੇਜ ਹੋ ਗਿਆ, ਬੱਜਰ ਪਾਪਾਂ 'ਚ ਗਰਸਿਆ ਗਿਆ। ਸਿੱਖੀ ਦੇ ਅੰਦਰ ਪਤਤ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਗਲਤੀਆਂ ਤੇ ਗਲਤੀਆਂ ਕਰੀ ਜਾਂਦਾ ਹੈ, ਮਰਿਆਦਾ ਤੋਂ ਵਿਪਰੀਤ ਹੋ ਜਾਂਦਾ ਹੈ, ਸਿੱਖੀ ਦੀ ਸੁੱਚ ਸੰਜਮ ਤਿਆਗ ਦਿੰਦਾ, ਮਾਨ ਮਰਿਆਦਾ ਤਿਆਗ ਦਿੰਦਾ। ਅਸੀਂ ਕਹਿੰਦੇ ਆ ਪਤਤ ਹੋ ਗਿਆ, ਇਹਦੇ ਸਿਰ ਤੇ ਕੁੰਡਾ ਨਹੀਂ ਰਿਹਾ ਮਰਿਆਦਾ ਦਾ, ਅਵੱਗਿਆ ਕਰ ਬੈਠਾ ਹੈ, ਮੂੰਹ ਜ਼ੋਰ ਹੋ ਗਿਆ, ਮਨਮੁਖ ਹੋ ਗਿਆ, ਕੁਰਾਹੇ ਪੈ ਗਿਆ। ਸਿੱਖੀ 'ਚ ਕਿਹਾ ਜਾਂਦਾ ਪਤਤ ਹੋ ਗਿਆ। ਪਤਤ ਉਦਾਹਰਨ ਭੈ ਹਰਨ, ਡਰ ਮੁੱਕ ਕੇ ਪਤਤ ਉਧਰ ਗਏ, ਪਤਤ ਤਾਰੇ ਗਏ। ਹੁਣ ਜਗਤ ਕੀ ਕਰਦਾ? ਗਲਤੀ ਹੋ ਜੇ ਤੇ ਨਫ਼ਰਤ ਕਰਦਾ। ਗੁਰੂ ਨਫ਼ਰਤ ਨਹੀਂ ਕਰਦਾ। ਗੁਰੂ ਗਲਤੀ ਹੋਣ ਵਾਲਿਆਂ ਨੂੰ ਵੀ ਗਲ ਨਾਲ ਲਾ ਲੈਂਦਾ ਹੈ। ਪਤਤ ਉਦਾਹਰਨ ਸਤਿਗੁਰ ਮੇਰਾ, ਮੋਹਿ ਤਿਸਕਾ ਪ੍ਰਵਾਸਾ। ਸਤਿਗੁਰ ਖੋਟਿਓਂ ਖਰੇ ਕਰੇ। ਤੇ ਕੀ ਕਾਦੇ ਨਾਲ ਖੋਟਿਆਂ ਤੋਂ ਖਰੇ ਕਰਦਾ ਜੀ? ਹੁਣ ਲੋਕੀ ਤੇ ਖੋਟੇ ਨਾਲ ਨਫ਼ਰਤ ਕਰਦੇ ਆ, ਲੋਕੀ ਤੇ ਗੁਨਾਹ ਵੇਖ ਕੇ ਨਫ਼ਰਤ ਕਰਨਗੇ ਤੇ ਕਈ ਵਾਰੀ ਇੰਨਾ ਪਿੱਛੇ ਧੱਕ ਦਿੰਦੇ ਨੇ ਕਿ ਬੰਦਾ ਜਾਂ ਤੇ ਟੁੱਟ ਜਾਂਦਾ, ਨਫ਼ਰਤ ਸਮਾਜ ਪ੍ਰਤੀ ਪੈਦਾ ਹੋ ਜਾਂਦੀ ਹੈ, ਜਾਂ ਜ਼ਿੰਦਗੀ ਖਤਮ ਕਰਨ ਤੇ ਤੁਰ ਪੈਂਦਾ। ਗੁਰੂ ਸਾਹਿਬ ਜੀ ਖੋਟਿਆਂ ਨੂੰ ਵੀ ਗਲ ਨਾਲ ਲਾ ਕੇ ਖਰੇ ਬਣਾਉਂਦੇ ਆ। ਔਗਣਾਂ ਨਾਲ ਅਸੀਂ 99 ਗੁਣ ਹੋਣ ਨਾ, ਇੱਕ ਔਗਣ ਨਜ਼ਰ ਆ ਜੇ ਬਸ ਧੱਜੀਆਂ ਉਡਾ ਕੇ ਰੱਖ ਦਿੰਦੇ ਆ ਬੰਦੇ ਦੀਆਂ। ਸਤਿਗੁਰ ਖੋਟਿਓਂ ਖਰੇ ਕਰੇ। ਪਤਤ ਉਦਾਹਰਨ ਸਤਿਗੁਰ ਮੇਰਾ। ਬੱਜਰ ਪਾਪਾਂ 'ਚ ਗਰਸਿਆਂ ਹੋਇਆਂ ਨੂੰ, ਗਨਕਾ ਪਾਪਣ ਹੋਏ ਕਿਆ ਪਾਪਾਂ ਕਾ ਗਲ ਹਾਰ ਪਰੋਤਾ। ਰੱਬੀ ਵਿਧਾਨ ਕੀ ਕਹਿੰਦਾ? ਅਜਾਮਲ ਪਾਪੀ ਜਗ ਜਾਣਾ, ਨਿਮਖ ਮਾਹਿ ਨਿਸਤਾਰਾ। ਕਿਵੇਂ ਖੋਟਿਆਂ ਤੋਂ ਖਰੇ ਕਰਦਾ? ਸ਼ਬਦ ਕਮਾਉਣ ਵਾਲਿਆਂ ਨੂੰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨਹਾਰ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਨਾ ਇੱਕ ਘਟਨਾ ਹੁੰਦੀ ਹੈ, ਆਪ ਜੀ ਨੇ ਸੁਣੀ ਗਾਥਾ। ਇੱਕ ਚੌਧਰੀ ਹੈ ਉੱਥੇ, ਉਹਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਭਾਈ ਕਾਹਨ ਸਿੰਘ ਨਾਭਾ ਜੀ ਨੇ, ਤੁਸੀਂ ਮਿਰਗੀ ਦਾ ਚੈਪਟਰ ਖੋਲੋਗੇ ਨਾ, ਬੜਾ ਲੰਬਾ ਚੌੜਾ ਮਿਰਗੀ ਬਾਰੇ ਦੱਸਿਆ। ਇਹ ਬਿਮਾਰੀ ਕਿਉਂ ਹੁੰਦੀ ਹੈ? ਨਸ਼ੇ ਕਰਨ ਵਾਲੇ, ਜਾਂ ਫਿਰ ਕਈ ਵਾਰੀ ਇਦਾਂ ਹੁੰਦਾ ਹੈ ਕਿ ਉਮਰ ਤੋਂ ਪਹਿਲਾਂ ਜਿਹੜੀ ਕਾਮਵਸ ਬਿਰਤੀ ਹੈ ਨਾ, ਉਹ ਵੀ ਮਿਰਗੀ ਦਾ ਕਾਰਨ ਬਣਦੀ ਹੈ। ਹੋਰ ਵੀ ਸਰੀਰਕ ਕਾਰਨ ਹੋ ਸਕਦੇ ਆ। ਇਹ ਸਾਰੇ ਕਾਰਨ ਜਿਹੜੇ ਉਹ ਭਾਈ ਸਾਹਿਬ ਜੀ ਨੇ ਲਿਖੇ ਆ।
ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਦੇ ਅੰਦਰ, ਤੇ ਉਹਨਾਂ ਨੇ ਕੁਝ ਵੈਦਿਕ ਪੱਖ ਵੀ ਲਿਖੇ ਆ ਵੀ ਇਹ ਤੋਂ ਬਚਿਆ ਕਿਵੇਂ ਜਾਂਦਾ। ਵੈਸੇ ਮੁੱਖ ਰੂਪ 'ਚ ਦੋ ਗੱਲਾਂ ਮੈਂ ਸਾਹਮਣੇ ਵੇਖੀਆਂ ਕਿ ਜ਼ਿੰਦਗੀ ਦੀ ਆਚਰਣਹੀਨਤਾ, ਵਿਆਹ ਸ਼ਾਦੀ ਤੋਂ ਪਹਿਲਾਂ ਜ਼ਿੰਦਗੀ ਦਾ ਸੰਜਮ ਗਵਾ ਦੇਣਾ, ਇਹ ਵੀ ਇੱਕ ਕਾਰਨ ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ, ਜਾਂ ਨਸ਼ੇ ਵੀ ਇੱਕ ਕਾਰਨ ਲਿਖਿਆ। ਤੇ ਹੁਣ ਇਹ ਮਲੂਕਾ ਚੌਧਰੀ ਗੁਰੂ ਸਾਹਿਬ ਕੋਲ ਆਇਆ, ਮਿਰਗੀ ਪੈਂਦੀ ਗੁਰੂ ਅੰਗਦ ਸਾਹਿਬ ਜੀ ਕੋਲ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਨਸ਼ਿਆਂ ਦਾ ਆਦੀ ਹੈ, ਤੇ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਨਫ਼ਰਤ ਕਰਨੀ ਹੈ ਜੀ, ਵੀ ਇਹ ਬੁਰਾ ਹੈ, ਸ਼ਰਾਬੀ ਹੈ, ਮੈਂ ਨਹੀਂ ਇਹਦੇ ਲਾਗੇ ਬਹਿਣਾ, ਇਹਨੂੰ ਧੱਕੇ ਮਾਰ ਕੇ ਕੱਢ ਦਿਓ। ਨਹੀਂ ਸਾਧ ਸੰਗਤ ਜੀ, ਪਤਤ ਉਦਾਹਰਨ ਸਤਿਗੁਰ ਮੇਰਾ, ਸਤਿਗੁਰ ਖੋਟਿਓਂ ਖਰੇ ਕਰੇ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪੁਨੀਤ ਪਏ। ਇੱਕ ਕ੍ਰਿਸ਼ਮਾ ਹੈ ਗੁਰੂ ਦੇ ਨਾਮ ਦਾ, ਵਡਿਆਈ ਹੈ ਗੁਰਮੁਖੋ, ਕਿ ਉਹ ਔਗਣ ਵੇਖ ਕੇ ਤਿਰਸਕਾਰ ਨਹੀਂ ਦਿੰਦਾ, ਗਲ ਨਾ ਲਾ ਕੇ, ਮੇਰੂ ਚੋਰ ਕਹਿ ਕੇ ਨਹੀਂ ਦੁਰਕਾਰਦਾ। ਗੁਰੂ ਅੰਗਦ ਸਾਹਿਬ ਦੇ ਦਰ ਤੇ ਮੇਰੂ ਚੋਰ ਜਾਂਦਾ ਤੇ ਮਹਾਰਾਜ ਇੰਨੇ ਪਿਆਰ ਦੇ ਨਾਲ ਕੋਲ ਬਿਠਾਉਂਦੇ ਆ ਕਿ ਮੇਰੂ ਕਹਿੰਦਾ, ਮਾਲਕਾ ਮੈਂ ਜਿਉਂ ਯਤੀਮ ਹੋਇਆ, ਗੁਨਾਹਾਂ ਦੀ ਦਲਦਲ 'ਚ ਪੈ ਗਿਆ, ਮੈਨੂੰ ਕਦੀ ਕਿਸੇ ਨੇ ਪਿਆਰ ਨਾਲ ਬੁਲਾਇਆ ਹੀ ਨਹੀਂ, ਇੱਜ਼ਤ ਦਿੱਤੀ ਨਹੀਂ। ਅੱਜ ਜ਼ਿੰਦਗੀ 'ਚ ਪਹਿਲੀ ਵਾਰ ਮੇਰੂ ਨੂੰ ਭਾਈ ਕਹਿ ਕੇ ਬੁਲਾਉਣ ਵਾਲਾ ਕੋਈ ਵੇਖਿਆ, ਅੰਦਰ ਦੇ ਪਾਪ ਧੋਤੇ ਗਏ। ਸਾਧ ਸੰਗਤ, ਸਾਡੇ ਸਮਾਜ ਦੀ ਫਿਤਰਤ ਹੈ, ਆਪਣੇ ਅੰਦਰ ਭਾਵੇਂ ਕਰੋੜਾਂ ਔਗਣ ਹੋਣ, ਕਿਸੇ ਦਾ ਔਗਣ ਵੇਖ ਕੇ ਨਫ਼ਰਤ ਕਰਨੀ। ਗੁਰੂ ਸਾਹਿਬ ਨਫ਼ਰਤ ਨਹੀਂ ਕਰਦੇ ਔਗਣ ਵੇਖ ਕੇ। ਜਿਵੇਂ ਇੱਕ ਡਾਕਟਰ ਜ਼ਖਮ ਵੇਖ ਕੇ ਨਫ਼ਰਤ ਨਹੀਂ ਕਰਦਾ, ਜ਼ਖਮ ਨੂੰ ਧੋਂਦਾ ਹੈ, ਏਦਾਂ ਮੇਰਾ ਵੈਦ ਸਤਿਗੁਰੂ ਔਗਣ ਵੇਖ ਕੇ ਨਫ਼ਰਤ ਨਹੀਂ ਕਰਦਾ, ਖੋਟਿਆਂ ਤੋਂ ਖਰੇ ਕਰਦਾ। ਪਰ ਜੇ ਨਾਲ ਗੁਰੂ ਦੇ ਬਚਨ ਨੂੰ ਮੰਨੀਏ, ਸ਼ਬਦ ਸਵਾਰਨਹਾਰ। ਮਲੂਕੇ ਚੌਧਰੀ ਨੂੰ ਕਿਹਾ ਕਿ ਨਸ਼ਾ ਛੱਡ ਦੇ, ਰੋਗ ਤੋਂ ਮੁਕਤ ਹੋ ਜਾਏਗਾ, ਜ਼ਿੰਦਗੀ ਸੁਖੀ ਹੋ ਜਾਏਗੀ। ਨਸ਼ਾ ਛੱਡ ਦੇ। ਨਸ਼ਾ ਮੱਤ ਵੀ ਮਾਰਦਾ ਤੇ ਸਰੀਰ ਵੀ ਗਾਲਦਾ। ਗੁਰਮੁਖੋ, ਹੱਥ ਜੋੜ ਕੇ ਬੇਨਤੀ ਕਰਦਾ, ਬੰਦੇ ਬਦਲਦੇ ਨੇ। ਜਿਹੜੀ ਦਲਦਲ ਵਿੱਚ ਸਮਾਜ ਸਾਡਾ ਗਰਸਿਆ ਹੋਇਆ ਨਾ, ਖਾਸ ਕਰਕੇ ਨਸ਼ਾ, ਹਰ ਔਗਣ ਆਏਗਾ ਜੀ। ਸਾਡੇ ਵਿਦਿਅਕ ਅਦਾਰਿਆਂ ਤੱਕ ਚਲਿਆ ਗਿਆ, ਕੁਰਸੀਆਂ ਤੇ ਬੈਠੇ ਚਿਹਰੇ ਬਦਲਦੇ ਆ। ਜਿੱਦਣ ਨੀਅਤ ਬਦਲੇਗੀ ਨਾ, ਨੀਅਤ ਬਦਲੇਗੀ, ਉਸ ਦਿਨ ਬਦਲਾਅ ਆਉਣਾ। ਉਹ ਸਾਰਾ ਕੁਝ ਉਸੇ ਤਰ੍ਹਾਂ ਹੀ ਹੋਈ ਜਾ ਰਿਹਾ। ਗੁਰੂ ਨੇ ਕਿਹਾ ਕਿ ਨਸ਼ਾ ਮੱਤ ਵੀ ਮਾਰਦਾ ਤੇ ਸਰੀਰ ਵੀ ਗਾਲਦਾ, ਤੇ ਮਲੂਕੇ ਚੌਧਰੀ ਨੂੰ ਕਿਹਾ ਨਸ਼ਾ ਛੱਡ ਦੇ, ਸੁਖੀ ਹੋ ਜਾਏਗਾ। ਇੱਕ ਰੋਗ ਨਹੀਂ, ਕਈ ਰੋਗਾਂ ਤੋਂ ਬੰਦਾ ਮੁਕਤ ਹੋ ਸਕਦਾ ਹੈ। ਇਹ ਹੁਕਮ ਹੈ ਗੁਰੂ ਦਾ। ਗੁਰਮੁਖੋ, ਕੱਲਾ ਮਲੂਕੇ ਚੌਧਰੀ ਲਈ ਨਹੀਂ, ਸਾਡੇ ਸਾਰਿਆਂ ਵਾਸਤੇ ਹੁਕਮ ਹੈ ਕਿ ਇਹਨੂੰ ਹੱਥ ਨਾ ਲਾਏ ਸਿੱਖ, ਜਿੱਤ ਪੀਤਾ ਮੱਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਨਾ ਸਮਾਜ ਵਿੱਚ ਇੱਜ਼ਤ ਰਹਿੰਦੀ ਹੈ, ਨਾ ਰੱਬ ਦੇ ਦਰ ਦੇ ਉੱਤੇ ਕੋਈ ਇੱਜ਼ਤ ਪੱਤ ਰਹਿੰਦੀ ਹੈ। ਗੁਰੂ ਮਲੂਕੇ ਨੇ ਛੱਡ ਦਿੱਤਾ ਨਸ਼ਾ, ਸੁੱਖ ਮਿਲਿਆ। ਪਤਤ ਉਦਾਹਰਨ ਭੈ ਹਰਨ ਨੇ ਕਿਰਪਾ ਕੀਤੀ, ਗੁਨਾਹ ਵੇਖ ਕੇ ਨਫ਼ਰਤ ਨਹੀਂ ਕੀਤੀ। ਹਰ ਅਨਾਥ ਕੇ ਨਾਥ, ਜਿਹੜਾ ਬਚਨ ਬਾਣੀ ਦੇ ਅੰਦਰ, ਤੇ ਉਦਾਹਰਨ ਗੁਰੂ ਅੰਗਦ ਸਾਹਿਬ ਦੇ ਜੀਵਨ ਚ ਲਈਏ। ਅਨਾਥਾਂ ਦੇ ਨਾਥ ਨੇ ਕਿਹਾ, ਭਾਈ ਬਚਨ ਮੰਨ, ਸੁਖੀ ਹੋ ਜਾਏਗਾ। ਰੋਗ ਠੀਕ ਹੋ ਗਿਆ, ਨਸ਼ਾ ਛੱਡਿਆ। ਤੇ ਦੂਜਾ ਰੋਗ ਲੱਗ ਗਿਆ, ਹੰਕਾਰ। ਮੈਂ ਹੁਣ ਰਾਜੀ ਹਾਂ, ਹੁਣ ਮੈਨੂੰ ਕੀ ਪਰਵਾਹ, ਹੁਣ ਮੇਰੇ ਦਿਨ ਮੁੜ ਪਏ ਨੇ, ਹੁਣ ਮੇਰੀ ਸੁਣੀ ਗਈ ਹੈ, ਹੁਣ ਮੇਰੇ ਸਿਰ ਤੋਂ ਬੋਝ ਉਤਰ ਗਿਆ। ਤੇ ਫਿਰ ਬੰਦੇ ਨੂੰ ਕੀ ਹੁੰਦਾ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜੋ ਮਿਲਿਆ ਉਹ ਵੱਡਾ ਲੱਗਣ ਲੱਗ ਪੈਂਦਾ, ਦਾਤੇ ਦਾ ਚੇਤਾ ਭੁੱਲ ਜਾਂਦਾ। ਚੌਧਰੀ ਹੰਕਾਰਿਆ ਗਿਆ, ਹੁਣ ਮੈਨੂੰ ਕੀ ਪਰਵਾਹ, ਕੋਠੇ ਤੇ ਚੜ ਕੇ ਨਸ਼ੇ ਦੀ ਲੋਰ 'ਚ ਆਵਾਜ਼ਾਂ ਦਿੰਦਾ, ਵੇਖੋ ਮੇਰਾ ਕੀ ਵਿਗੜਿਆ। ਬਿੱਧ ਬਣੀ, ਨਸ਼ੇ ਦੇ ਲੋਰ ਵਿੱਚ ਵੀ ਅੰਨਾ ਹੋਇਆ, ਭੁਆਂਟਣੀ ਖਾ ਕੇ ਧਰਤੀ ਤੇ ਡਿੱਗਿਆ, ਅੰਤ ਹੋ ਗਿਆ। ਉਹ ਪਤਤਾ ਨੂੰ ਉਧਾਰਦਾ ਤੇ ਹੈਗਾ, ਪਰ ਭਾਗਾਂ ਵਾਲਿਆ, ਇਹ ਵੀ ਤੇਰਾ ਧਰਮ ਹੈ ਕਿ ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰੇ। ਗੁਰੂ ਅੰਗਦ ਸਾਹਿਬ ਤੈਨੂੰ ਸਿਖਾ ਰਹੇ ਨੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ, ਪਤਤ ਉਦਾਹਰਨ ਭੈ ਹਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ। ਤਿਹ ਜਾਨੀਐ,
ਉਹਨੂੰ ਜਾਣਨ ਦਾ ਯਤਨ ਕਰ ਜਿਹੜਾ ਤੇਰੇ ਨਾਲ ਹੈ। ਉਹਨੂੰ ਜਾਣੇ ਹੀ ਨਹੀਂ ਜਿਹੜਾ ਨਾਲ ਹੈ। ਤੇ ਕਾਹਦੇ ਚ ਫਸਿਆ ਹੋਇਆ? ਧਨ ਦਾਰਾ ਸੰਪਤ ਸਗਲ, ਉਹਦੇ ਚ ਫਸਿਆ ਹੋਇਆ ਜੀ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰ ਚ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ। ਜੀਤ ਹਰ ਸ਼ਰਨੀ, ਜਨਮ ਪਦਾਰਥ ਜੀਤ। ਤੂੰ ਮਿੱਥੇ ਵਿੱਚ ਬੱਝਾ ਹੋਇਆ, ਇਹ ਸਾਰਾ ਕੁਝ ਇਨ ਮੈਂ ਕਛ ਸੰਗੀ ਨਹੀਂ, ਇਹ ਕੁਝ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਆ ਭਾਈ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਜਨਮ ਪਦਾਰਥ ਜੀਤ ਹਰ ਸ਼ਰਣੀ, ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਭਟਕ ਰਿਹਾ ਤੂੰ, ਖੁਆਰ ਹੋ ਰਿਹਾ, ਤੈਨੂੰ ਪਤਾ ਹੀ ਨਹੀਂ ਤੇਰੇ ਅੰਦਰ ਕੌਣ ਬੈਠਾ ਹੋਇਆ। ਤੇ ਤੂੰ ਜ਼ਿੰਦਗੀ ਦੇ ਰਤਨ ਪਦਾਰਥ ਨੂੰ, ਤੈਨੂੰ ਤੇ ਕਿਹਾ ਸੀ ਜਨਮ ਪਦਾਰਥ ਜੀਤ, ਤੇ ਤੂੰ ਕੀ ਕਰ ਰਿਹਾ? ਜਨਮ ਪਦਾਰਥ ਦੁਬਦਾ ਖੋਵੈ। ਦੁਬਦਾ ਵਿੱਚ ਪਿਆ ਹੈ, ਇੱਕ ਉੱਤੇ ਨਿਸ਼ਚਾ ਨਹੀਂ ਹੈ, ਤੇ ਤੂੰ ਖੋ ਰਿਹਾ, ਗਵਾ ਰਿਹਾ ਸੱਜਣਾ ਹੱਥੋਂ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਹੁਣ ਭਰਮ ਵਿੱਚ ਪਿਆ ਹੋਇਆ ਭਟਕ ਰਿਹਾ ਜੀ ਬੰਦਾ। ਭਰਮ ਵਿੱਚ ਪਏ ਨੂੰ ਪਰਛਾਵਾਂ ਸਹੀ ਜਾਪ ਰਿਹਾ, ਅਸਲੀਅਤ ਤੋਂ ਦੂਰ ਹੈ। ਜਿਹੜੀ ਜਗਤ ਦੀ ਖੇਡ ਹੈ ਉਹ ਕਰਤੇ ਦਾ ਹੀ ਪਰਛਾਵਾਂ ਹੈ। ਜਿੱਦਣ ਕਰਤੇ ਨਾਲ ਜੁੜੇਗਾ ਪਰਛਾਵਾਂ ਪਿੱਛੇ ਪਿੱਛੇ ਆਏਗਾ, ਜਿੱਦਣ ਪਰਛਾਵੇਂ ਪਿੱਛੇ ਭੱਜੇਗਾ ਕਰਤੇ ਤੋਂ ਵਿੱਥ ਪੈ ਜਾਏਗੀ, ਪਰਛਾਵਾਂ ਹੱਥ ਨਹੀਂ ਆਉਣਾ। ਤੂੰ ਇਹਨੂੰ ਆਪਣੀ ਕਰਕੇ ਸਮਝੀ ਬੈਠਾ ਇਹ ਪਰਛਾਵੇਂ ਵਰਗੀ ਚੀਜ਼ ਨੂੰ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਜਨਮ ਪਦਾਰਥ ਕਾਹਦੇ ਚ ਗਵਾ ਰਿਹਾ ਜੀ? ਦੁਬਦਾ। ਇੱਕ ਉੱਤੇ ਭਰੋਸਾ ਨਹੀਂ ਹੈ, ਭਟਕ ਰਿਹਾ, ਤੇ ਦੁਬਦਾ ਖੋਵੈ। ਆਪ ਨਾ ਚੀਨਸ, ਹੁਣ ਆਪਣੇ ਆਪ ਨੂੰ ਕਿਵੇਂ ਚੀਨਾਂਗੇ? ਜਿੰਨੀ ਦੇਰ ਆਪ ਨਹੀਂ ਚੀਨਦਾ ਉਨੀ ਦੇਰ ਭਰਮ ਨਹੀਂ ਮਿਟਦਾ। ਬਾਹਰ ਭੀਤਰ ਇੱਕੋ ਜਾਣੈ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਬਾਹਰ ਭੀਤਰ ਇੱਕੋ ਜਾਣੈ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਉਨੀ ਦੇਰ ਭਰਮ ਨਹੀਂ ਮਿਟਦਾ ਸਾਧ ਸੰਗਤ। ਜਿਹਨੂੰ ਤੂੰ ਆਪਣੀ ਕਰਕੇ ਜਾਣ ਰਿਹਾ ਨਾ, ਤੇਰੇ ਤੋਂ ਪਹਿਲਾਂ ਬੜਿਆਂ ਨੇ ਕਿਹਾ ਸੀ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਤੇ ਅਧਿਕਾਈ, ਕਹਾਂ ਭਇਓ ਦਰ ਬੰਦੇ ਹਾਥੀ। ਕਿੱਥੇ ਗਏ ਸਾਰੇ ਜੀਓ? ਉਹ ਮਹਿਲਾਂ ਵਾਲੇ, ਉਹ ਹੁਕਮਰਾਨ ਕਿੱਥੇ ਗਏ? ਸਭ ਮਿਟ ਗਏ। ਸਿਕੰਦਰ ਕਹਿੰਦਾ ਸੀ ਮੈਂ ਸੰਸਾਰ ਜਿੱਤਣ ਵਾਲਾ। ਕਾਰੂ ਕਹਿੰਦਾ ਸੀ ਮੇਰੇ ਕੋਲ ਕਿਸੇ ਚੀਜ਼ ਦੀ ਟੋਟਾ ਨਹੀਂ, ਸਾਰੀ ਦੇਸ਼ ਦੀ ਦੌਲਤ ਮੇਰੇ ਕੋਲ ਹੋਵੇ। ਉਹ ਕਾਰੂ ਕੀ ਲੈ ਕੇ ਗਿਆ? ਸਾਮੀ ਧਰਮ ਗ੍ਰੰਥਾਂ 'ਚ ਲਿਖਿਆ, ਕਾਰੂ ਦੇ ਖਜ਼ਾਨੇ ਦੀਆਂ ਚਾਬੀਆਂ ਲੱਦਣ ਵਾਸਤੇ 3 ਖੱਚਰਾਂ ਦੇ ਉੱਤੇ ਭਾਰ ਲੱਦਿਆ ਜਾਂਦਾ ਸੀ, ਇੰਨੀਆਂ ਖਜ਼ਾਨੇ ਦੀਆਂ ਚਾਬੀਆਂ ਸਨ। ਕਿੱਥੇ ਅੱਜ ਉਹ ਕਾਰੂ ਜੀ? ਕਿੱਥੇ ਨੇ ਉਹ ਅੱਜ ਹੁਕਮਰਾਨ? ਜੋ ਜੋ ਦੀਸਾ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ, ਖਾਕੂ ਰਲਸੀ। ਸਭ ਖੇ ਵਿੱਚ ਰਲ ਗਏ ਸਾਧ ਸੰਗਤ ਜੀ। ਤੇ ਜਿਉ ਪਰਛਾਵਿਆਂ ਦੇ ਪਿੱਛੇ ਦੌੜੇ, ਖੇ 'ਚ ਰਲ ਗਏ। ਸਿਕੰਦਰ ਨੇ ਕਿਹਾ 3 ਕੰਮ ਕਰਿਓ, ਮੇਰੇ ਹੱਥ ਮੇਰੇ ਕਫਨ ਤੋਂ ਬਾਹਰ ਰੱਖਿਓ, ਲੋਕਾਂ ਨੂੰ ਪਤਾ ਲੱਗੇ ਸਿਕੰਦਰ ਖਾਲੀ ਗਿਆ। ਮੇਰੀ ਅਰਥੀ ਮੇਰੇ ਹਕੀਮਾਂ ਦੇ ਮੋਢਿਆਂ ਤੇ ਚੁਕਾਇਓ, ਜਿਹੜੇ ਕਹਿੰਦੇ ਸੀ ਤੈਨੂੰ ਬਚਾ ਲਵਾਂਗੇ, ਲੋਕਾਂ ਨੂੰ ਪਤਾ ਲੱਗੇ ਕੋਈ ਵਸੀਲਾ ਨਹੀਂ ਬਚਾ ਸਕਦਾ। ਮੇਰੇ ਜਵਾਹਰਾਤ ਮੇਰੇ ਜਨਾਜੇ ਦੇ ਅੱਗੇ ਵਿਛਾ ਦਿਓ, ਲੋਕਾਂ ਨੂੰ ਪਤਾ ਲੱਗੇ ਸਭ ਪੈਰਾਂ 'ਚ ਰੁਲ ਗਏ, ਨਾਲ ਕੱਖ ਨਹੀਂ ਲੈ ਕੇ ਗਿਆ। ਇਹ 3 ਗੱਲਾਂ ਕਹੀਆਂ ਸੀ ਸਿਕੰਦਰ ਨੇ, ਤੇ ਸਾਡੇ ਸਾਹਮਣੇ ਸਾਰਾ ਸੱਚ ਹੈ ਗੁਰਮੁਖੋ। ਬਾਕੀ ਸੰਸਾਰ ਦੀ ਗੱਲ ਦੱਸ ਛੱਡੋ, ਜਿਹੜੇ ਕਈ ਵਾਰੀ ਉਪਦੇਸ਼ ਕਰਨ ਵਾਲੇ ਹੁੰਦੇ ਨੇ ਨਾ ਜੀ, ਉਹ ਵੀ ਗੱਲਾਂ ਕਰਦੇ ਕਰਦੇ ਇਸ ਲਪੇਟ ਤੋਂ ਬਚ ਨਹੀਂ ਪਾਉਂਦੇ, ਬਚ ਨਹੀਂ ਪਾਉਂਦੇ। ਕਿਰਤ ਜ਼ਰੂਰ ਕਰੀਏ, ਮੈਂ ਵੀ ਕਿਰਤ ਕਰਾਂ, ਤੁਸੀਂ ਵੀ ਕਿਰਤ ਕਰੋ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਜਿਵੇਂ ਗੁਰੂ ਅੰਗਦ ਸਾਹਿਬ ਜੀ ਦੇ ਸਿਰ ਤੇ ਪੰਡ ਚੁਕਾ ਕੇ ਜਾਚ ਸਿਖਾਈ ਸੀ ਕਿਰਤ ਕਰਨ ਦੀ, ਸਾਨੂੰ ਵੀ ਇਹ ਮੱਤ ਦਿਓ ਪਾਤਸ਼ਾਹ ਜੀ। ਜਿਵੇਂ ਤੁਸੀਂ 18 ਵਰੇ ਖੇਤੀ ਕਰਕੇ ਮਿੱਟੀ 'ਚ ਮਿੱਟੀ ਹੋ ਕੇ ਸਾਡੇ ਲਈ ਪੂਰਨੇ ਪਾਏ ਸੀ ਨਾ ਜੀ, ਦੁਕਾਨ ਵੀ ਕੀਤੀ, ਵਪਾਰ ਵੀ ਕੀਤਾ, ਖੇਤੀ ਵੀ ਕੀਤੀ, ਨੌਕਰੀ ਵੀ ਕੀਤੀ ਗੁਰਮੁਖੋ। ਤਾਂ ਸੱਚੇ ਪਾਤਸ਼ਾਹ ਤੁਹਾਡੀ ਮੱਤ ਪਤਤਾ ਨੂੰ ਧਾਰ ਸਕਦੀ ਹੈ, ਪਰ ਨਾਲ ਸ਼ਬਦ ਸਵਾਰਨਹਾਰ
ਅਸੀਂ ਸ਼ਬਦ ਨਾ ਵਿਸਾਰੀਏ। ਪਤ ਤੋਂ ਉਦਾਹਰਨ ਭੈ ਹਰਨ, ਹਰ ਅਨਾਥ ਕੇ ਨਾਥ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹ ਭਟਕਦਿਆਂ ਨੂੰ ਤੂੰ ਸਹਾਰਾ ਦੇ ਦਿੰਦਾ ਮਹਾਰਾਜ। ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ, ਤੇਰੇ ਨਾਲ ਵਸ ਰਿਹਾ। ਭਰਮ ਦੀ ਕਾਈ ਤੋੜ, ਜਿਵੇਂ ਪਾਣੀ ਤੇ ਛੱਪੜ 'ਚ ਹੈਗਾ, ਉੱਪਰ ਕਾਈ ਜੰਮ ਜੇ ਤੇ ਪਤਾ ਨਹੀਂ ਲੱਗਦਾ, ਕਾਈ ਟੁੱਟੇਗੀ ਪਾਣੀ ਪ੍ਰਗਟ ਹੋਏਗਾ। ਤੇਰੇ ਅੰਤਸ਼ਕਰਨ 'ਚ ਭਰਮ ਦੀ ਕਾਈ ਹੈ, ਤੇ ਜਿੰਨੀ ਦੇਰ ਭਰਮ ਦੀ ਕਾਈ ਨਹੀਂ ਟੁੱਟਦੀ ਉਨੀ ਦੇਰ ਪ੍ਰਗਟ ਨਹੀਂ ਹੁੰਦਾ ਜਿਹੜਾ ਤੇਰੇ ਨਾਲ ਬੈਠਾ ਹੈ। ਮਹਾਰਾਜ ਦਇਆ ਕਰਨ, ਭਰਮ 'ਚ ਹੀ ਪਏ ਹੋਏ ਆ, ਪਰਛਾਵੇਂ ਪਿੱਛੇ ਹੀ ਸਾਰੀ ਜ਼ਿੰਦਗੀ ਭਟਕਦਿਆਂ ਗੁਜ਼ਾਰਦੇ ਨੇ। ਅਰਜ਼ੋਈ ਕਰੀਏ ਦਾਤਾ ਜੀ, ਤੁਸੀਂ ਰਿਜ਼ਕ ਦੇਣ ਵਾਲੇ ਹੋ, ਚਿੰਤਾ ਸਾਨੂੰ ਨਹੀਂ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸਾਨੂੰ ਕਾਹਦਾ ਡਰ, ਤੰਦਰੁਸਤੀ ਦੇ, ਅਸੀਂ ਕਿਰਤ ਕਰ ਸਕੀਏ। ਸਾਨੂੰ ਕਾਰੇ ਲਾ ਕੇ ਰੱਖ, ਹੱਥ ਕਾਰ 'ਚ ਲੱਗੇ ਰਹਿਣ, ਚਿੱਤ ਕਰਤਾਰ ਨਾਲ ਲੱਗਾ ਰਹੇ। ਇਹ ਦਾਤ ਮੰਗੀਏ ਸਾਧ ਸੰਗਤ, ਭੁੱਲਾਂ ਬਖਸ਼ਣੀਆਂ, ਅਸੀਸ ਦੇਣੀ, ਪਿਆਰ ਵਿੱਚ ਜੁੜ ਕੇ ਸਭ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।